हाँ जी, सत श्री अकाल। की हाल चाल है साਰਿਆਂ ਦਾ? ठीक ठाक हो? हाँ जी, ਨੈਕਸਟ ਸ਼ੁਰੂ ਕਰਦੇ ਹਾਂ ਆਪਾਂ। ਚੈਪਟਰ ਚੱਲ ਰਿਹਾ ਸੀ ਆਪਣਾ ਕੋਆਰਡੀਨੇਸ਼ਨ ਕੰਪਾਊਂਡ, ਜਿਹਦੇ ਵਿੱਚ ਮੈਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਨੇਮਿੰਗ ਦੱਸੀ ਸੀ। ਨੇਮਿੰਗ ਦੇ ਲਈ ਸ਼ਾਰਟਕਟ ਦੱਸੇ ਸੀ ਅਤੇ ਉਸ ਤੋਂ ਬਾਅਦ ਕੁਛ ਕੁ ਪ੍ਰੈਕਟਿਸ ਦੇ ਲਈ ਕੁਐਸਚਨ ਦਿੱਤੇ ਸੀਗੇ। 6 ਕੁਐਸਚਨ ਹੋਪ ਕਿ ਤੁਸੀਂ ਸਾਰਿਆਂ ਨੇ ਕਰ ਲਏ ਹੋਣਗੇ। ਅਗਰ ਕਿਸੇ ਨੂੰ ਕੋਈ ਡਾਊਟ ਆਉਂਦਾ ਤਾਂ ਪੁੱਛ ਸਕਦਾ ਹੈ ਨਾ, ਪਰਸਨਲੀ ਕਾਲ ਕਰ ਸਕਦਾ। ਚਲੋ ਨੈਕਸਟ ਅੱਗੇ ਸ਼ੁਰੂ ਕਰਦੇ ਹਾਂ। ਨੈਕਸਟ ਟੌਪਿਕ ਜਿਹੜਾ ਇਹਨਾਂ ਦਾ ਹੈਗਾ ਗਾ ਕੋਆਰਡੀਨੇਸ਼ਨ ਕੰਪਾਊਂਡ ਦਾ, ਉਹ ਕੀ ਆ? ਆਈਸੋਮਰਿਜ਼ਮ। ਆਈਸੋਮਰ ਕਿਵੇਂ ਬਣਦੇ ਆ ਕੋਆਰਡੀਨੇਸ਼ਨ ਕੰਪਾਊਂਡ ਦੇ ਵਿੱਚ, ਕਿਹੜੇ ਕਿਹੜੇ ਪ੍ਰਕਾਰ ਦੇ ਹੁੰਦੇ ਆ, ਟਾਈਪਸ ਆਫ ਆਈਸੋਮਰ, ਅਤੇ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਅੱਗੇ ਫਰਦਰ ਜਿਓਮੈਟਰੀਜ਼ ਬਣਦੀਆਂ ਨੇ, ਕਿਉਂ ਬਣਦੀਆਂ, ਸਾਰਾ ਡਿਟੇਲ ਸਟੱਡੀ। ਕਾਫੀ ਵੱਡਾ ਟੌਪਿਕ ਹੈ, ਇਹਨੂੰ ਵੀ ਆਪਾਂ ਆਪਣੇ ਸਿਸਟਮ ਦੇ ਅਕੋਰਡਿੰਗ ਜਿਹੜਾ ਹੈਗਾ ਸਿਸਟਮੈਟਿਕ ਥੋੜ੍ਹੇ ਜਿਹੇ ਉਹਦੇ 'ਚ ਹੀ ਕਵਰ ਕਰ ਦਿਆਂਗੇ, ਜਿਹਦੇ ਨਾਲ ਆਪਣੇ ਸਾਰੇ ਕੁਐਸਚਨ ਸੌਟ ਆਊਟ ਹੋ ਜਾਣਗੇ। ਪਹਿਲੀ ਗੱਲ ਕਰਦੇ ਹਾਂ ਆਈਸੋਮਰਿਜ਼ਮ। ਲਿਖ ਲਓ ਹੈਡਿੰਗ, ਥੋੜ੍ਹੀ ਜਿਹੀ ਥਿਊਰੀ ਹੈ ਸਟਾਰਟਿੰਗ ਦੇ ਵਿੱਚ। ਆਈਸੋਮਰਿਜ਼ਮ ਇਨ ਕੋਆਰਡੀਨੇਸ਼ਨ ਕੰਪਾਊਂਡ। ਇਹਦੀ ਆਈਸੋਮਰ ਦੀ ਪਹਿਲਾਂ ਡੈਫੀਨੇਸ਼ਨ ਦਿਓਗੇ ਕੀ ਹੁੰਦਾ? ਟੂ ਔਰ ਮੋਰ ਕੰਪਾਊਂਡ ਹੈਵਿੰਗ, ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੋਵੇ, ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰੈਂਟ ਅਰੇਂਜਮੈਂਟ ਆਫ ਐਟਮਸ। ਐਟਮ ਲਾ ਲਓ, ਲੀਗੈਂਡ ਲਾ ਲਓ, ਮੋਲੀਕੂਲਸ ਲਾ ਲਓ, ਡਿਫਰੈਂਟ ਅਰੇਂਜਮੈਂਟ ਹੋਵੇ, ਨੋਨ ਐਜ਼ ਆਈਸੋਮਰ। ਉਹਨਾਂ ਨੂੰ ਆਈਸੋਮਰ ਕਹਿੰਦੇ ਆ। ਅਤੇ ਫਿਨੋਮੀਨਾ ਨੋਨ ਐਜ਼ ਆਈਸੋਮਰਿਜ਼ਮ। ਆਈਸੋਮਰ ਜਿਹੜੇ ਹੁੰਦੇ ਨੇ ਉਹ ਦੋ ਟਾਈਪ ਦੇ ਹੁੰਦੇ ਨੇ। ਮੇਜਰ ਜਿਹੜੀ ਇਹਨਾਂ ਦੀ ਕੈਟਾਗਰੀ ਹੈ ਕੋਆਰਡੀਨੇਸ਼ਨ ਕੰਪਾਊਂਡ 'ਚ, 2 ਟਾਈਪ ਦੇ ਆਈਸੋਮਰ ਹੁੰਦੇ ਨੇ। ਡਿਵਾਈਡ ਕਰ ਲਓ। ਫਸਟ ਵਨ ਸਟਰਕਚਰਲ, ਸੈਕੰਡ ਵਨ ਇਜ਼ ਦਾ ਸਟੀਰੀਓ ਆਈਸੋਮਰਿਜ਼ਮ। ਸਟਰਕਚਰਲ ਅਤੇ ਸਟੀਰੀਓ ਆਈਸੋਮਰਿਜ਼ਮ। ਪਹਿਲਾਂ ਸਟਰਕਚਰਲ ਦੀ ਗੱਲ ਕਰਦਾ ਮੈਂ, ਹੈ ਨਾ। ਸਟਰਕਚਰਲ ਆਈਸੋਮਰ ਜਿਹੜੇ ਹੈਗੇ ਨੇ, ਇਹਨਾਂ ਦੀ ਡੈਫੀਨੇਸ਼ਨ ਦੀ ਆਪਾਂ ਗੱਲ ਕਰਾਂਗੇ, ਉਹੀ ਸੇਮ ਆ ਜੂਗੀ। ਡਿਫਰੈਂਟ ਸਟਰਕਚਰ ਹੈ ਆਈਸੋਮਰ ਵਿਚ ਹੈਵ ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰੈਂਟ ਸਟਰਕਚਰਲ ਅਰੇਂਜਮੈਂਟ। ਕਿਹੜਾ ਅਰੇਂਜਮੈਂਟ? ਜਿਹੜੇ ਆਈਸੋਮਰ ਨੇ। ਸਟਰਕਚਰਲ ਆਈਸੋਮਰ ਹੈ ਤਾਂ ਸਟਰਕਚਰਲ ਅਰੇਂਜਮੈਂਟ ਆਫ ਐਟਮ ਜਾਂ ਗਰੁੱਪ ਆਫ ਐਟਮ, ਮੋਲੀਕੂਲ ਜੋ ਵੀ ਲਾ ਲਓ, ਅਰਾਊਂਡ ਦਾ ਜਿਹੜਾ ਸੈਂਟਰਲ ਐਲੀਮੈਂਟ ਹੈ, ਉਹਨੂੰ ਆਪਾਂ ਸਟਰਕਚਰਲ ਆਈਸੋਮਰ ਕਹਾਂਗੇ। ਸਟਰਕਚਰਲ ਆਈਸੋਮਰ ਜਿਹੜੇ ਹੈਗੇ ਨੇ ਨਾ, ਉਹ ਫਰਦਰ ਇੱਦਾਂ ਦੀਆਂ ਕੈਟਾਗਰੀਜ਼ ਹੁੰਦੀਆਂ ਸਟਰਕਚਰਲ ਆਈਸੋਮਰ ਦੀਆਂ, ਤੁਹਾਨੂੰ ਦੱਸਦਾ ਹੈ। ਫਸਟ ਵਨ ਇਹਦਾ ਪੁਆਇੰਟ ਬਣਾ ਲਓ। ਸਟਰਕਚਰਲ ਆਈਸੋਮਰ ਫਰਦਰ 4 ਟਾਈਪ ਦੇ ਹੁੰਦੇ ਨੇ, 4 ਕੈਟਾਗਰੀ ਹੁੰਦੀ ਇਹਨਾਂ ਦੀ। ਫਸਟ ਕੈਟਾਗਰੀ ਦਾ ਨਾਮ ਦਿਓ ਆਇਓਨਾਈਜੇਸ਼ਨ ਆਈਸੋਮਰ। ਸਟਰਕਚਰਲ ਦੇ ਵਿੱਚ ਫਸਟ ਕੈਟਾਗਰੀ ਆਇਓਨਾਈਜੇਸ਼ਨ ਆਈਸੋਮਰਿਜ਼ਮ। ਆਇਓਨਾਈਜੇਸ਼ਨ ਆਈਸੋਮਰ। ਹੁਣ ਨਾਮ ਤੋਂ ਹੀ ਪਤਾ ਚੱਲ ਰਿਹਾ, ਪਹਿਲਾਂ ਜਨਰਲ ਦੱਸਦਾ ਫਿਰ ਲਿਖਵਾਊਂਗਾ ਕਿ ਆਫਟਰ ਆਇਓਨਾਈਜੇਸ਼ਨ ਡਿਫਰੈਂਟ ਆਇਨ ਦੇਣ, ਠੀਕ ਹੈ, ਬਟ ਨੰਬਰ ਆਫ ਆਇਨ ਜਿਹੜੇ ਹੈਗੇ ਨੇ ਜਾਂ ਮੋਲੀਕਿਊਲ ਨੇ ਜਾਂ ਐਟਮ ਨੇ ਸੇਮ ਹੋਣ, ਅਤੇ ਕੈਟਾਗਰੀ ਵੀ ਸੇਮ ਹੋਵੇ। ਜੇ ਮੰਨ ਲਓ Cl ਹੈ ਤਾਂ Cl ਹੀ ਹੋਣ, ਉਹਨਾਂ ਕੋਲ 4 Cl ਨੇ ਤਾਂ ਦੋਨਾਂ ਕੋਲ 4 ਹੋਣ। Br 2 ਨੇ, ਦੋਨਾਂ ਕੋਲ 2 ਹੀ Br ਹੋਣ। ਬਟ ਜਦੋਂ ਆਇਓਨਾਈਜੇਸ਼ਨ ਹੋਵੇ, ਮਤਲਬ ਪ੍ਰਾਇਮਰੀ ਬੈਲੈਂਸ ਜਦੋਂ ਸਪਲਿਟ ਹੋਵੇ, ਤਾਂ ਡਿਫਰੈਂਟ ਆਇਨ ਦੇਣ। ਹੋਪ ਕੇ ਸਮਝ ਆ ਗਿਆ ਹੋਊਗਾ। ਤਾਂ ਇਹਦੀ ਡੈਫੀਨੇਸ਼ਨ ਦੀ ਗੱਲ ਕਰਾਂਗੇ। ਕੰਪਾਊਂਡ ਵਿੱਚ ਹੈਵ ਸੇਮ ਮੋਲੀਕੂਲਰ ਫਾਰਮੂਲਾ ਬਟ ਗਿਵ ਡਿਫਰੈਂਟ ਆਇਨਸ ਇਨ ਸੋਲਿਊਸ਼ਨ, ਜਾਂ ਆਫਟਰ ਆਇਓਨਾਈਜੇਸ਼ਨ ਗਿਵ ਡਿਫਰੈਂਟ ਆਇਨਸ ਆਰ ਨੋਨ ਐਜ਼ ਆਇਓਨਾਈਜੇਸ਼ਨ ਆਈਸੋਮਰਸ। ਆਇਓਨਾਈਜੇਸ਼ਨ ਆਈਸੋਮਰ ਦੇ ਵਿੱਚ ਜੇ ਐਗਜ਼ਾਮਪਲ ਮੈਂ ਸਿੰਪਲ ਤੋਂ ਸਿੰਪਲ ਵੀ ਅਗਰ ਲੈਣਾ ਹੈ ਤਾਂ ਆਪਾਂ ਤੁਸੀਂ ਇਹ ਲੈ ਸਕਦੇ ਹੋ। ਮੰਨ ਲਓ ਮੈਂ ਇਹਨੂੰ ਕਰ ਲਿਆ, ਕੋਬਾਲਟ ਲੈ ਲਿਆ ਨਾ। ਕੋਬਾਲਟ ਦੇ ਨਾਲ 2 ਕਲੋਰੀਨ ਲਗਾਤੇ, ਅਮੋਨੀਆ ਲਗਾਤਾ, 4 ਅਮੋਨੀਆ ਲਗਾਤੇ, 6 ਪੂਰੇ ਹੋ ਗਏ। ਲੈਟ ਮੈਂ ਬਾਹਰ ਇਹਦੇ NO2 ਗਰੁੱਪ ਲਗਾਤਾ। ਕਿਹੜਾ ਲਗਾਤਾ? NO2। ਹੁਣ ਜਦੋਂ ਇਹ ਆਇਓਨਾਈਜ਼ ਹੋਊਗਾ ਤਾਂ ਇੱਥੋਂ ਸਪਲਿਟ ਹੋਏਗਾ। ਕੀ ਦੇਣਾ ਇਹਨੇ? NO2 ਨੈਗੇਟਿਵ ਦੇਣਾ। NO2 1 ਨੈਗੇਟਿਵ। ਇਹਦਾ ਜਿਹੜਾ ਆਈਸੋਮਰ ਹੈ, ਆਇਓਨਾਈਜੇਸ਼ਨ ਆਈਸੋਮਰ ਆ, ਉਹ ਮੈਂ ਕੀ ਬਣਾ ਦਿੰਦਾ? 1 ਨੈਗੇਟਿਵ ਹੀ ਦੇ ਰਿਹਾ। ਮੈਂ ਕੀ ਕਰਦਾ? 1 ਨੈਗੇਟਿਵ ਇਹਦੇ ਨਾਲ ਕੀ ਹੈ? ਕਲੋਰੀਨ ਹੈ। ਅਮੋਨੀਆ 4 ਐਜ਼ ਇਟ ਇਜ਼ ਰੱਖ ਲੈਂਦਾ। NO2 ਅੰਦਰ ਲੈ ਗਿਆ, ਬਾਹਰ ਇੱਕ ਕਲੋਰੀਨ ਕੱਢਤਾ, ਕਿਉਂਕਿ ਸਪਲਿਟ ਤੋਂ ਬਾਅਦ ਕਲੋਰੀਨ ਨੇ ਵੀ 1 ਨੈਗੇਟਿਵ ਦੇਣਾ। ਦੇਖੋ ਇਹਦੇ ਕੋਲੇ ਵੀ 2 ਕਲੋਰੀਨ ਨੇ, ਸਾਰੇ ਮੋਲੀਕਿਊਲ ਕੋਲੇ 4 ਅਮੋਨੀਆ, 1 NO2। ਇਹਦੇ ਕੋਲੇ ਵੀ 2 ਕਲੋਰੀਨ ਨੇ, ਇੱਕ ਅੰਦਰ ਆ ਗਿਆ, ਇੱਕ ਬਾਹਰ ਜਾ ਰਿਹਾ। 4 ਅਮੋਨੀਆ, 1 NO2। ਬਟ ਸਪਲਿਟ ਹੋਣਗੇ, ਇਹਨੇ NO2 ਨੈਗੇਟਿਵ ਦਿੱਤਾ, ਡਿਫਰੈਂਟ ਆਇਨ ਇਹਨੇ ਕਲੋਰੀਨ ਦਿੱਤਾ। ਇਹਨੂੰ ਆਇਓਨਾਈਜੇਸ਼ਨ ਆਈਸੋਮਰ ਕਹਿੰਦੇ ਨੇ। ਹੋਪ ਕੇ ਸਮਝ ਆ ਗਿਆ ਹੋਊਗਾ। ਦੂਸਰੇ ਦੀ ਗੱਲ ਕਰਦਾ ਮੈਂ, ਹਾਈਡਰੇਸ਼ਨ ਆਈਸੋਮਰ। ਕਿਹੜਾ ਜੀ? ਹਾਈਡਰੇਸ਼ਨ ਆਈਸੋਮਰ ਜਾਂ ਸੋਲਵੇਟ ਆਈਸੋਮਰ।
ਸੋਲਵੇਟ ਆਈਸੋਮਰ ਵੀ ਕਹਿੰਦੇ ਆ। ਇਹਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਵੀ ਸੇਮ ਪੈਟਰਨ ਤੇ ਵਿਚ ਗਿਵ ਡਿਫਰੈਂਟ ਜਿਹੜੇ ਹੈਗੇ ਨੇ ਵਾਟਰ ਆਇਨ, ਵਾਟਰ ਦੇ ਆਇਨ ਡਿਫਰੈਂਟ ਦੇਵੇ ਸੋਲਿਊਸ਼ਨ ਦੇ ਵਿੱਚ। ਹਾਈਡਰੇਸ਼ਨ ਆਈਸੋਮਰ ਮਤਲਬ ਆਪਾਂ ਨੂੰ ਇਹ ਲੱਗੇ ਕਿ ਇਹਦੀ ਹਾਈਡਰੇਸ਼ਨ ਅਲੱਗ ਹੈ, ਇਹਦੀ ਹਾਈਡਰੇਸ਼ਨ ਅਲੱਗ ਹੈ। ਇਕੱਲੇ ਵਾਟਰ ਦੇ ਆਇਨਸ ਡਿਫਰੈਂਟ ਦੇਵੇ ਉਹਨੂੰ ਹਾਈਡਰੇਸ਼ਨ ਆਈਸੋਮਰ ਕਹਿੰਦੇ। ਕਹਿਣ ਦਾ ਭਾਵ ਫਿਰ ਦੀ ਡੈਫੀਨੇਸ਼ਨ ਜੇ ਅਗਰ ਬੁੱਕਿਸ਼ ਆਪਾਂ ਲਿਖੀਏ, ਸਾਇੰਟੀਫਿਕਲੀ ਲਿਖੀਏ ਤਾਂ ਕੀ ਲਿਖਾਂਗੇ? ਸੇਮ ਕੰਪਾਊਂਡ ਵਿਚ ਹੈਵ ਸੇਮ ਮੋਲੀਕੂਲਰ ਫਾਰਮੂਲਾ ਬਟ ਜਿਹੜੇ ਹੈਗੇ ਨੇ ਡਿਫਰੈਂਟ ਹੋਣਗੇ, differ by number of water molecule, solvate molecule ਜਾਂ water molecule directly bonded to the central metal ion। ਠੀਕ ਹੈ, ਅਲੱਗ-ਅਲੱਗ ਜਿਹੜੇ ਹੈਗੇ ਨੇ ਵਾਟਰ ਮੋਲੀਕਿਊਲ ਦੇ ਨਾਲ ਜਿਹੜੇ ਸੈਂਟਰਲ ਮੈਟਲ ਦੇ ਨਾਲ ਇਹ ਕੰਬਾਈਨ ਹੋਣਗੇ ਤਾਂ ਆਇਓਨਾਈਜੇਸ਼ਨ ਹਾਈਡਰੇਸ਼ਨ ਆਈਸੋਮਰ ਬਣੂਗਾ। ਇਹਦੀ ਅਗਰ ਮੈਂ ਐਗਜ਼ਾਮਪਲ ਦੀ ਗੱਲ ਕਰਦਾ, ਐਗਜ਼ਾਮਪਲ ਮੈਂ ਗੱਲ ਕਰਦਾ ਐਗਜ਼ਾਮਪਲ ਦੇ ਵਿੱਚ ਲੈਟ ਮੈਂ ਇੱਕ ਲੈ ਲਿਆ ਕ੍ਰੋਮੀਅਮ ਲੈ ਲਿਆ ਹੈ ਨਾ। ਕ੍ਰੋਮੀਅਮ ਦੇ ਨਾਲ 3 ਕਲੋਰੀਨ ਲਗਾਤੇ ਜੀ ਅਤੇ ਵਾਟਰ ਲਗਾਤੇ, ਕਿੰਨੇ? ਲੈਟ 3, 6 ਵਾਲਾ ਹੀ ਕਰ ਲਿਆ ਹੈਕਸਾ ਅਤੇ ਟੈਟਰਾ ਤੁਹਾਡੇ ਸਿਲੇਬਸ 2 ਹੀ ਨੇ ਪਹਿਲਾਂ ਦੱਸਿਆ ਹੋਇਆ। ਇਹਦਾ ਜਿਹੜਾ ਆਈਸੋਮਰ ਜਿਹੜਾ ਬਣ ਸਕਦਾ ਹੈ, ਤਾਂ ਆਈਸੋਮਰ ਬਣ ਸਕਦਾ ਹੈ, ਮੈਂ ਕੀ ਕਰਦਾ ਕ੍ਰੋਮੀਅਮ ਹੀ ਲੈ ਲੈਣਾ, ਕਲੋਰੀਨ ਲੈ ਲੈਣਾ, ਜਿਹੜੇ ਹੈਗੇ ਨੇ ਵਾਟਰ ਦੇ ਮੋਲੀਕਿਊਲ ਲੱਟ ਇਹਨਾਂ ਨੂੰ, ਇੱਕ ਮਿੰਟ ਤੁਸੀਂ ਇੱਦਾਂ ਕਰ ਲਓ, ਇਹਦਾ ਸਟਾਰਟਿੰਗ ਤੋਂ ਮੋਲੀਕੂਲ ਫਾਰਮੂਲਾ ਦੱਸਦਾ। ਲੈਟ ਮੇਰੇ ਕੋਲ ਹਾਈਡਰੇਸ਼ਨ ਇਹਦੀ ਕਾਫੀ ਹੁੰਦੀ ਹੈ, ਕਈ ਕੈਟਾਗਰੀਜ਼ ਨੇ ਇਹਦੀਆਂ, ਡਿਪੈਂਡ ਕਰਦਾ ਹਿਊਮਿਡਿਟੀ ਦੇ ਬੇਸਿਸ ਦੇ ਉੱਪਰ। ਲੈਟ ਮੈਂ ਕੋਆਰਡੀਨੇਸ਼ਨ ਕੰਪਾਊਂਡ ਲੈ ਲਿਆ 6 ਵਾਟਰ ਵਾਲਾ ਲੈ ਲਿਆ। ਲੈਟ ਕਿੰਨਾ ਐਕਸੈਸ ਦੇ ਵਿੱਚ ਜਿਹੜਾ ਹੈਗਾ ਲੈਟਾ ਸੀ ਵਾਟਰ ਜਿਹੜੇ H2O 6 ਲਗਾਤੇ, ਕਾਫੀ ਐਕਸੈਸ ਦੇ ਵਿੱਚ ਹਾਈਡਰੇਸ਼ਨ ਹੋਈ ਹੈ। ਕ੍ਰੋਮੀਅਮ ਦੇ ਨਾਲ 3 ਕਲੋਰੀਨ 6 ਵਾਟਰ ਐਕਸੈਸ ਦੇ ਵਿੱਚ ਲਗਾਏ ਹੋਏ ਨੇ। ਮੈਕਸੀਮਮ ਜਿੰਨੀ ਇਹਦੀ ਹਿਊਮਿਡਿਟੀ ਦੇ ਵਿੱਚ ਮੈਕਸੀਮਮ ਲੱਗ ਸਕਦੇ ਨੇ ਉਹਨੇ ਲਗਾਤੇ। ਤਾਂ ਇਹਦੀ ਹਾਈਡਰੇਸ਼ਨ ਆਈਸੋਮਰ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਬਣਨਗੇ? 2 ਕੇਸ ਨੇ ਇਹਦੇ, 2 ਕੇਸ ਬਣਨਗੇ। ਇੱਕ ਤਾਂ ਕੇਸ ਜਿਹੜਾ ਉੱਪਰ ਲਿਖਿਆ ਸੀ ਸਪਲਿਟ ਹੋ ਕੇ ਕ੍ਰੋਮੀਅਮ ਦੇ ਨਾਲ ਲੈਟ ਮੈਂ 3 ਕਲੋਰੀਨ ਲਗਾਤੇ, ਵਾਟਰ ਲਗਾਤੇ 3, ਠੀਕ ਹੈ, ਇੱਦਾਂ ਅੰਦਰ ਆ ਗਿਆ। ਇਹਦੇ ਨਾਲ ਵਾਲਾ ਕਲੋਰੀਨ ਨਾਲ ਹੋ ਗਿਆ, ਵਾਟਰ ਲੈਟ ਮੈਂ 5 ਲਗਾਤੇ, ਇਹਨੂੰ ਬੰਦ ਕਰਤਾ। ਕਲੋਰੀਨ 3 ਸੀ, 2 ਕਲੋਰੀਨ ਬਾਹਰ ਕੱਢਤੇ, 1 ਵਾਟਰ ਬਾਹਰ ਕੱਢਤਾ। ਕਲੀਅਰ ਹੈ ਜੀ? ਮਤਲਬ ਕਹਿਣ ਦਾ ਭਾਵ ਹੁਣ ਕਿਹਦੇ ਨਾਲ ਡਿਫਰ ਨੇ ਦੋਨੋਂ? ਵਾਟਰ ਮੋਲੀਕੂਲ ਜਿਹੜਾ ਡਾਇਰੈਕਟਲੀ ਅਟੈਚ ਟੂ ਦਾ ਸੈਂਟਰ, ਨੰਬਰ ਆਫ ਕਲੋਰੀਨ ਅਤੇ ਵਾਟਰ ਦੋਨਾਂ ਦੇ ਵਿੱਚ ਸੇਮ ਨੇ। 3 ਇਹਦੇ 'ਚ ਕਿੰਨੇ ਨੇਗੇ? ਬੈਲੈਂਸਿੰਗ ਦੀ ਗੱਲ ਅਲੱਗ ਹੈਗੀ, ਉਹ ਆਪਾਂ ਬਾਅਦ 'ਚ ਵੀ ਕਰ ਸਕਦੇ ਹੈਗੇ, ਕੋਈ ਵੱਡੀ ਗੱਲ ਨਹੀਂ ਹੈਗੀ ਬੈਲੈਂਸਿੰਗ ਦੀ। ਇੱਥੇ 6 ਲੱਗ ਜਾਏਗਾ ਮੂਰੇ, ਬਟ ਇਹਦੇ 'ਚ ਨੰਬਰ ਆਫ ਵਾਟਰ ਜਿਹੜੇ ਹੈਗੇ ਨੇ ਦੋਨਾਂ ਦੇ ਵਿੱਚ, ਕਲੋਰੀਨ ਦੋਨਾਂ ਦੇ ਵਿੱਚ ਜਿਹੜੇ ਹੈਗੇ ਨੇ ਸੇਮ ਹੈਗੇ ਨੇ। ਸੈਂਟਰਲ ਐਲੀਮੈਂਟ ਦੇ ਨਾਲ ਜਿਹੜੇ ਕੰਬਾਈਨ ਕੀਤੇ ਨੇ, ਸੈਂਟਰਲ ਐਲੀਮੈਂਟ ਨਾਲ ਕੰਬਾਈਨ ਕੀਤੇ ਨੇ, 6 ਮੋਲੀਕੂਲ ਕੰਬਾਈਨ ਹੋਏ ਨੇ, 3 ਕਲੋਰੀਨ 3 ਵਾਟਰ। ਇੱਥੇ 1 ਕਲੋਰੀਨ ਅਤੇ 5 ਵਾਟਰ, 6 ਦੇ 6 ਕੰਬਾਈਨ ਹੋਣੇ। ਇਲੈਕਟ੍ਰੀਕਲੀ ਦੋਨੋਂ ਜਿਹੜੇ ਹੈਗੇ ਨੇ ਆਇਓਨਾਈਜ਼ ਜਦੋਂ ਹੋਣਗੇ ਤਾਂ ਨਿਊਟਰਲ ਹੀ ਰਹਿਣਗੇ, ਸੇਮ ਚਾਰਜ ਰਹੂਗਾ। ਬਟ ਮੇਨ ਪੁਆਇੰਟ ਕਿ ਸੈਂਟਰਲ ਐਲੀਮੈਂਟ ਦੇ ਨਾਲ ਵਾਟਰ ਦੇ ਮੋਲੀਕੂਲ ਚੇਂਜ ਹੋ ਗਏ। ਉਸ ਤੋਂ ਬਾਅਦ ਮੈਂ ਗੱਲ ਕਰਦਾ ਨੈਕਸਟ ਵਨ, ਕੋਆਰਡੀਨੇਸ਼ਨ ਆਈਸੋਮਰ। 3rd ਕੈਟਾਗਰੀ ਕਿਹੜੀ ਹੈਗੀ? ਕੋਆਰਡੀਨੇਸ਼ਨ ਆਈਸੋਮਰ। ਕੋਆਰਡੀਨੇਸ਼ਨ ਆਈਸੋਮਰ ਦੇ ਵਿੱਚ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਜਿਹੜਾ ਕੋਆਰਡੀਨੇਸ਼ਨ ਕੰਪਾਊਂਡ ਹੋਊਗਾ, ਕੈਟਾਇਨ ਅਤੇ ਐਨਾਇਨ ਦੋਨੋਂ ਹੀ ਕੋਆਰਡੀਨੇਸ਼ਨ ਕੰਪਾਊਂਡ ਹੋਣਗੇ। ਪਹਿਲਾਂ ਆਪਾਂ ਹੁਣ ਤੱਕ ਕੀਤਾ ਕਿ ਇੱਕ ਚੀਜ਼ ਸਕੁਏਅਰ ਬ੍ਰੈਕਟ 'ਚ ਹੁੰਦੀ ਹੈ, ਦੂਸਰੀ ਵਿਦਾਊਟ ਸਕੁਏਅਰ ਬ੍ਰੈਕਟ ਹੈ, ਇਹਦੇ 'ਚ ਨਹੀਂ ਆਏਗਾ। ਕੋਆਰਡੀਨੇਸ਼ਨ ਆਈਸੋਮਰ ਦੇ ਵਿੱਚ ਦੋਨੋਂ ਹੀ ਕੈਟਾਇਨ ਅਤੇ ਐਨਾਇਨ ਜਾਂ ਦੋਨੋਂ ਹੀ ਜਿਹੜੇ ਹੈਗੇ ਨੇ ਸਕੁਏਅਰ ਬ੍ਰੈਕਟ ਦੇ ਵਿੱਚ ਹੋਣਗੇ। ਅਤੇ ਇਹਨਾਂ ਡਿਫਰ ਬਾਏ ਜਿਹੜੇ ਹੈਗੇ ਨੇ ਜਿਹੜਾ ਲੀਗੈਂਟ ਹੋਏਗਾ, ਕੈਟਾਇਨ ਜਾਂ ਐਨਾਇਨਿਕ ਜਿਹੜਾ ਲੀਗੈਂਟ ਆਪਣੇ ਲੀਗੈਂਟ ਚੇਂਜ ਕਰ ਲਊਗਾ, ਉਹਨੂੰ ਕੋਆਰਡੀਨੇਸ਼ਨ ਆਈਸੋਮਰ ਕਹਿੰਦੇ ਆ। ਹੁਣ ਇਹ ਦੱਸਦਾ, ਕਲੀਅਰ ਹੋ ਜਾਏਗਾ। ਪਹਿਲਾਂ ਇਹਦੀ ਡੈਫੀਨੇਸ਼ਨ ਦੀ ਗੱਲ ਕਰਾਂਗੇ। ਆਈਸੋਮਰ ਜਿਹੜੇ ਕੰਪਾਊਂਡ ਇਨ ਆਈਸੋਮਰ ਅਕਰਸ ਇਨ ਕੰਪਾਊਂਡ ਵਿਚ ਕੰਟੇਨ ਬੋਥ ਕੈਟਾਇਨਿਕ ਅਤੇ ਐਨਾਇਨਿਕ ਜਿਹੜੇ ਐਂਟੀਟੀਜ਼ ਐਜ਼ ਕੋਆਰਡੀਨੇਸ਼ਨ ਕੰਪਾਊਂਡ
ਤੇ ਐਂਡ ਡਿਫਰ ਬਾਈ ਦਾ ਡਿਸਟ੍ਰੀਬਿਊਸ਼ਨ ਆਫ ਦਾ ਕੋਆਰਡੀਨੇਸ਼ਨ ਐਂਟੀਟੀ ਆਫ ਕੈਟਾਇਨਿਕ ਤੇ ਅਨਾਇਨਿਕ ਪਾਰਟ। ਕੈਟਾਇਨਿਕ ਤੇ ਅਨਾਇਨਿਕ ਦੋਨੇ ਕੋਆਰਡੀਨੇਸ਼ਨ ਕੰਪਾਊਂਡ ਹੋਣਗੇ ਤੇ ਡਿਫਰ ਕਰਨਗੇ ਜਿਹੜੀ ਲੀਗੈਂਟ ਕੰਬੀਨੇਸ਼ਨ ਦੇ ਨਾਲ ਜਿਹੜਾ ਹੈਗਾ ਪਾਰਟ ਦੀ ਲੀਗੈਂਟ ਕੰਬੀਨੇਸ਼ਨ ਦੇ ਨਾਲ। ਐਗਜ਼ਾਮਪਲ ਤੋਂ ਜ਼ਿਆਦਾ ਕਲੀਅਰ ਹੋ ਜਾਊਗਾ। ਸਿੰਪਲ ਜੀ ਐਗਜ਼ਾਮਪਲ ਹੈ, ਸੁਣਨ 'ਚ ਥੋੜ੍ਹਾ ਅਜੀਬ ਲੱਗਦਾ। ਕ੍ਰੋਮੀਅਮ ਦੇ ਨਾਲ ਲੈਟ ਮੈਂ ਸਿੰਪਲ ਤੁਸੀਂ 6 ਕਲੋਰੀਨ ਲਗਾ ਲਏ, ਠੀਕ ਹੈ। ਮੈਂ ਕ੍ਰੋਮੀਅਮ ਦੇ ਨਾਲ ਕ੍ਰੋਮੀਅਮ ਲੈ ਲਓ, ਕਾਪਰ ਲੈ ਲਓ, ਜੋ ਮਰਜ਼ੀ ਲੈ ਲਓ, ਕਾਪਰ ਦੇ ਨਾਲ 6 ਬ੍ਰੋਮੀਨ ਲਗਾ ਲਏ, ਆ ਹੋ ਗਿਆ ਜੀ। ਕ੍ਰੋਮੀਅਮ ਦੇ ਨਾਲ 6 ਕਲੋਰੀਨ, ਕਾਪਰ ਦੇ ਨਾਲ ਕੋਬਾਲਟ ਦੇ ਨਾਲ 6 ਬ੍ਰੋਮੀਨ ਲਗਾ ਲਏ। ਇਹਦਾ ਜਿਹੜਾ ਕੋਆਰਡੀਨੇਸ਼ਨ ਆਈਸੋਮਰ ਹੈ, ਪੋਜ਼ਿਟਿਵ ਪਾਰਟ ਆ ਨੈਗੇਟਿਵ, ਆਪਸ ਦੇ ਵਿੱਚ ਜਿਹੜੇ ਲੀਗੈਂਡ ਚੇਂਜ ਕਰ ਲੈਣਗੇ। ਕੀ ਕਰਨਗੇ? ਕ੍ਰੋਮੀਅਮ ਨੇ ਕੀ ਕੀਤਾ? ਕਲੋਰੀਨ ਲਗਾ ਲਏ, ਪਹਿਲਾਂ ਕਲੋਰੀਨ ਸੀ, ਹੁਣ ਕੀ ਲਗਾ ਲਏ? ਬ੍ਰੋਮੀਨ ਲਗਾ ਲਏ 6। ਲਓ ਜੀ। ਤੇ ਜਿਹੜਾ ਕੋਬਾਲਟ ਸੀ ਉਹਨੇ ਕਲੋਰੀਨ ਲਗਾ ਲਏ ਕ੍ਰੋਮੀਅਮ ਵਾਲੇ 6 ਕਲੋਰੀਨ। ਫਰਕ ਪੈ ਗਿਆ ਜੀ। ਪਹਿਲਾਂ ਕਲੋਰੀਨ ਜਿਹੜੇ ਸੀ ਕ੍ਰੋਮੀਅਮ ਨਾਲ ਸੀ, ਹੁਣ ਬ੍ਰੋਮੀਨ ਜਿਹੜੇ ਕਲੋਰੀਨ ਨਾਲ ਲੱਗ ਗਏ, ਕ੍ਰੋਮੀਅਮ ਨਾਲ ਲੱਗ ਗਏ। ਪਹਿਲਾਂ ਕੋਬਾਲਟ ਦੇ ਨਾਲ ਬ੍ਰੋਮੀਨ ਸੀ, ਹੁਣ ਕਲੋਰੀਨ ਲੱਗ ਗਏ। ਤਾਂ ਆਪਸ 'ਚ ਇਹਨਾਂ ਨੇ ਲੀਗੈਂਡ ਚੇਂਜ ਕਰ ਲਏ, ਇਹਨਾਂ ਨੂੰ ਕੋਆਰਡੀਨੇਸ਼ਨ ਆਈਸੋਮਰ ਕਹਿੰਦੇ। ਉਸ ਤੋਂ ਬਾਅਦ ਮੈਂ ਗੱਲ ਕਰਦਾ ਜੀ 4th ਕੈਟਾਗਰੀ, ਲਾਸਟ ਕੈਟਾਗਰੀ ਜਿਹੜੀ ਸਟਰਕਚਰਲ ਆਈਸੋਮਰ ਦੀ ਗੱਲ ਕਰਦਾ, ਉਹ ਕੀ ਹੈ? ਲਿੰਕੇਜ ਆਈਸੋਮਰ। ਲਿੰਕੇਜ ਆਈਸੋਮਰ ਦੇ ਵਿੱਚ ਨਾਮ ਤੋਂ ਪਤਾ ਚੱਲ ਰਿਹਾ ਜਿਹੜੇ ਡਿਫਰ ਬਾਈ ਲਿੰਕੇਜ। ਡਿਫਰ ਬਾਈ ਲਿੰਕੇਜ ਕੀ ਹੋਇਆ? ਸਿੰਪਲ ਜੀ ਗੱਲ ਹੈ, ਅਗਰ ਪਿਛਲੀ ਥਿਊਰੀ ਤੁਹਾਡੇ ਯਾਦ ਹੈ ਤਾਂ ਮਤਲਬ ਇਹੋ ਜਿਹਾ ਲੀਗੈਂਟ, ਐਂਬੀਡੈਂਟ ਲੀਗੈਂਟ ਜਿਹਦੇ ਕੋਲੇ ਸਾਈਟਸ ਹੋਣ ਕੰਬੀਨੇਸ਼ਨ ਦੀਆਂ ਡਿਫਰੈਂਟ ਬਟ ਯੂਜ਼ ਇੱਕ ਕਰੇ, ਡਿਫਰ ਹੋਵੇ ਉਹ ਅਟੈਚਮੈਂਟ ਦੇ ਥਰੂ। ਤਾਂ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਲਿੰਕੇਜ ਆਈਸੋਮਰ ਦੇ ਵਿੱਚ ਆਪਾਂ ਕੀ ਲਵਾਂਗੇ? ਅਗਰ ਡੈਫੀਨੇਸ਼ਨ ਦੀ ਗੱਲ ਕਰਾਂ, ਕੰਪਾਊਂਡ ਵਿਚ ਹੈਵ ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰ ਇਨ ਦਾ ਮੋਡ ਆਫ ਅਟੈਚਮੈਂਟ ਆਫ ਲੀਗੈਂਡ ਜਾਂ ਡਿਫਰ ਬਾਈ ਦਾ ਲਿੰਕੇਜ। ਜਨਰਲੀ ਬ੍ਰੈਕਟ 'ਚ ਲਿਖ ਲਓ ਕੈਨ ਬੀ ਸੀਨ ਇਨ ਕੇਸ ਆਫ ਐਂਬੀਡੈਂਟ ਜਿਹੜਾ ਹੈਗਾ ਲੀਗੈਂਡਸ। ਜਿਵੇਂ ਮੈਂ ਐਗਜ਼ਾਮਪਲ ਲੈ ਲਓ CN ਹੈ, NC ਲੱਗ ਜਾਂਦਾ ਹੈ ਨਾ, ਤਾਂ ਉਹਦਾ ਜਿਹੜਾ ਹੈਗਾ ਲਿੰਕੇਜ ਦਾ ਫਰਕ ਹੈ ਨਾ, ਲਿੰਕੇਜ ਦਾ ਫਰਕ ਪੈਂਦਾ। ਤਾਂ ਉਸ ਬੇਸ 'ਤੇ ਜਿਹੜਾ ਹੈਗਾ ਇਹ ਲਿੰਕੇਜ ਆਈਸੋਮਰ ਆਪਣਾ ਸ਼ੋ ਹੋਊਗਾ। ਅਗਰ ਮੈਂ ਐਗਜ਼ਾਮਪਲ ਦੀ ਗੱਲ ਕਰਾਂ, ਕੋਈ ਵੀ ਐਗਜ਼ਾਮਪਲ ਲੈ ਲਓ, ਲੈਟ ਮੈਂ ਲੈ ਲਈ ਕੋਬਾਲਟ ਲੈ ਲਿਆ ਹੈ ਨਾ, ਕ੍ਰੋਮੀਅਮ ਲੈ ਲਓ ਜਾਂ ਕੋਬਾਲਟ ਲੈ ਲਓ। ਕੋਬਾਲਟ ਦੇ ਨਾਲ ਅਮੋਨੀਆ ਲਗਾਤੇ, ਲੈਟ 5 ਅਮੋਨੀਆ ਲਗਾਤੇ, ਕੋਬਾਲਟ ਦੇ ਨਾਲ 5 ਅਮੋਨੀਆ ਲਗਾਤੇ, ਇੱਕ NO2 ਲਗਾਤਾ ਬੈਲੈਂਸ ਕਰਨ ਦੇ ਲਈ। ਬਾਹਰ 2 ਕਲੋਰੀਨ ਹੈ। ਇਹਦਾ ਲਿੰਕੇਜ ਆਈਸੋਮਰ ਆਪਾਂ ਨੂੰ ਪਤਾ ਐਂਬੀਡੈਂਟ ਆ ਸੀਗਾ। ਕੀ ਹੋ ਸਕਦਾ ਹੈ? ਕੋਬਾਲਟ ਦੇ ਨਾਲ ਅਮੋਨੀਆ ਐਜ਼ ਇਟ ਇਜ਼ 5 ਰੱਖ ਲਓ, ONO ਕਰ ਦਿਓ, ਕਿਉਂਕਿ ਇਹ N ਥਰੂ ਕੰਬਾਈਨ ਵੀ ਹੋ ਸਕਦਾ, O ਥਰੂ ਕੰਬਾਈਨ ਵੀ ਹੋ ਸਕਦਾ। ਪਿਛਲੀ ਥਿਊਰੀ 'ਚ ONO ਕੀਤਾ, ਬਾਕੀ ਸਾਰਾ ਐਜ਼ ਇਟ ਇਜ਼ ਸੇਮ, ਤਾਂ ਕੀ ਬਣ ਗਿਆ? ਇਹ ਲਿੰਕੇਜ ਆਈਸੋਮਰ ਬਣ ਗਿਆ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਥਿਊਰੀ ਹੈ, ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ। 1-2 ਵਾਰ ਪੜ੍ਹੋਗੇ ਦੁਬਾਰਾ ਤਾਂ ਇਹ ਟਿਪਸ 'ਤੇ ਹੋ ਜਾਊਗੀ, ਕੋਈ ਵੱਡੀ ਗੱਲ ਨਹੀਂ। ਨੈਕਸਟ ਜਿਹੜੇ ਆਈਸੋਮਰ ਨੇ ਕਾਫੀ ਇੰਪੋਰਟੈਂਟ ਨੇ, ਇਹਨੂੰ ਬਹੁਤ ਧਿਆਨ ਨਾਲ ਕਰਨਾ ਪੈਣਾ। ਇਹਦੇ ਲਈ ਮੈਂ ਸ਼ਾਰਟਕਟ ਦੱਸਦਾ ਤੁਹਾਨੂੰ ਕਾਫੀ। ਪਹਿਲਾਂ ਇਹਨਾਂ ਦੀ ਲਿਖਦੇ ਆਪਾਂ ਥਿਊਰੀ ਦੀ ਗੱਲ ਕਰਦੇ ਹਾਂ। ਸਟੀਰੀਓ ਆਈਸੋਮਰਸ ਕਿਹੜਾ? ਸੈਕੰਡ ਕੈਟਾਗਰੀ। ਪਹਿਲਾਂ ਕਿਹੜਾ ਸੀ? ਸਟਰਕਚਰਲ ਸੀ, ਉਹਦੇ 4 ਸੀ, ਉਹ ਆਪਾਂ ਡਿਟੇਲ ਸਟੱਡੀ ਕਰ ਲਈ। ਐਗਜ਼ਾਮਪਲ ਵੀ ਆਪਾਂ 4 ਦੀ ਲਿਖ ਲਈ ਹੈ। ਹੁਣ ਮੈਂ ਸਟੀਰੀਓ ਆਈਸੋਮਰ ਦੀ ਗੱਲ ਕਰਦਾ। ਸਟੀਰੀਓ ਆਈਸੋਮਰ ਕੀ ਹੁੰਦੇ ਨੇ? ਵਿਚ ਹੈਵ ਸੇਮ, ਪਹਿਲਾਂ ਇਹਨਾਂ ਦੀ ਡੈਫੀਨੇਸ਼ਨ, ਸਟੀਰੀਓ ਆਈਸੋਮਰ ਆਰ ਦੋਜ਼ ਆਈਸੋਮਰ ਵਿਚ ਹੈਵ ਦ ਸੇਮ ਪੋਜੀਸ਼ਨ ਆਫ ਐਟਮਸ। ਐਟਮ ਲਾ ਲਓ, ਗਰੁੱਪ ਆਫ ਐਟਮ ਲਾ ਲਓ, ਜਾਂ ਮੋਲੀਕਿਊਲ ਲਗਾ ਲਓ, ਸੇਮ ਪੋਜੀਸ਼ਨ ਆਫ ਐਟਮਸ, ਸੇਮ ਪੋਜੀਸ਼ਨ ਆਫ ਐਟਮਸ, ਬਟ ਡਿਫਰ ਕਿਹਦੇ ਨੇ? ਡਿਫਰ ਇਨ ਦਾ 3D ਅਰੇਂਜਮੈਂਟ। ਪੋਜੀਸ਼ਨ ਸੇਮ ਹੋਊਗਾ ਪਰ 3D ਅਰੇਂਜਮੈਂਟ ਜਿਹੜੀ ਹੁਣੀ ਮੈਂ ਤੁਹਾਨੂੰ ਦੱਸੂਗਾ ਉਹਦੇ ਨਾਲ ਡਿਫਰ ਕਰਨਗੇ। ਡਿਫਰ ਬਾਈ ਦਾ 3D ਅਰੇਂਜਮੈਂਟ ਅਰਾਊਂਡ ਦਾ ਸੈਂਟਰਲ ਐਟਮ, ਉਹਨਾਂ ਨੂੰ ਸਟੀਰੀਓ ਆਈਸੋਮਰ ਕਹਿੰਦੇ ਨੇ। ਹੁਣ ਸਟੀਰੀਓ ਆਈਸੋਮਰ 2 ਟਾਈਪ ਦੇ ਹੁੰਦੇ ਨੇ, ਧਿਆਨ ਨਾਲ। ਸਟੀਰੀਓ ਆਈਸੋਮਰ 2 ਟਾਈਪ ਦੇ ਹੁੰਦੇ ਨੇ। ਫਸਟ ਵਨ ਇਜ਼ ਦਾ ਜਿਓਮੈਟਰੀਕਲ ਆਈਸੋਮਰ, ਸੈਕੰਡ ਵਨ ਜਿਹੜੇ ਹੈਗੇ ਨੇ ਆਪਟੀਕਲ ਆਈਸੋਮਰ। ਫਸਟ ਵਨ ਇਜ਼ ਦਾ ਜਿਓਮੈਟਰੀਕਲ, ਸੈਕੰਡ ਵਨ ਆਪਟੀਕਲ ਆਈਸੋਮਰ। ਪਹਿਲਾਂ ਜਿਓਮੈਟਰੀਕਲ ਦੀ ਗੱਲ ਕਰਦੇ ਹਾਂ। ਜਿਓਮੈਟਰੀਕਲ ਜਿਓਮੈਟਰੀਕਲ ਆਈਸੋਮਰ ਕੀ ਹੋਣਗੇ? ਵੈਸੇ ਡੈਫੀਨੇਸ਼ਨ ਤਾਂ ਉਹੀ ਬਾਰ-ਬਾਰ ਚੱਲਦੀ ਰਹਿੰਦੀ ਹੈ। ਜਿਓਮੈਟਰੀਕਲ ਆਈਸੋਮਰ ਜਿਹੜਾ ਤੁਹਾਨੂੰ ਮੈਂ ਹੁਣ ਸ਼ਾਰਟਕਟ ਦੱਸਦਾ। ਜਿਓਮੈਟਰੀਕਲ ਆਈਸੋਮਰ
ਤੁਹਾਡੇ ਸਿਲੇਬਸ 'ਚ ਸਿਰਫ 2 ਕੈਟਾਗਰੀ ਦੇ ਆਪਾਂ ਸਟੱਡੀ ਕਰਦੇ ਹਾਂ। ਕਿਹੜੇ ਓਨਲੀ 2 ਕੈਟਾਗਰੀ ਦੇ। ਇੱਕ ਤਾਂ ਲਿਖ ਲਓ, ਇਹਨੂੰ ਨੋਟ ਕਰ ਲਿਓ, ਸ਼ਾਰਟਕਟ ਹੈ। ਇੱਕ ਤਾਂ 4 ਵਾਲੇ, ਇੱਕ 6 ਵਾਲੇ। ਪਹਿਲਾਂ ਵੀ ਦੱਸਿਆ 4 ਵਾਲੇ ਤੇ 6 ਵਾਲੇ। 4 ਵਾਲੇ ਕਿਹੜੇ ਸਟੱਡੀ ਹੋਣਗੇ, ਕਿਹੜੇ ਜਿਓਮੈਟ੍ਰੀਕਲ ਆਈਸੋਮਰ ਸ਼ੋ ਕਰਦੇ ਨੇ 4 ਵਾਲੇ ਮੈਟਲ ਦੇ ਨਾਲ A2X2। ਇਹ ਜਿਹੜਾ ਹੈਗਾ ਕੋਈ ਲੀਗੈਂਟ ਲੈ ਲਿਆ ਮੈਂ, ਨਿਊਟਰਲ ਲੀਗੈਂਟ ਲੈ ਲੈਣਾ, ਜੈਟ ਵਾਟਰ ਹੋ ਗਿਆ, ਅਮੋਨੀਆ ਹੋ ਗਿਆ, ਹੈ ਨਾ। ਇਹ ਮਤਲਬ ਨਿਊਟਰਲ ਲੀਗੈਂਟ ਹੈ। X by B ਮੈਂ ਲਊਂਗਾ, AB ਤੇ XY ਮੇਨ ਲਊਂਗਾ, ਦਿਖ ਰਿਹਾ ਤੁਹਾਨੂੰ। M ਕੀ ਹੈ, ਸੈਂਟਰਲ ਐਲੀਮੈਂਟ ਹੈ। A ਤੇ B ਮੇਰੇ ਨਿਊਟਰਲ ਲੀਗੈਂਟ ਨੇ। ਲੈਟ ਇਹਦੇ 'ਚ ਦੋਨੇ ਅਮੋਨੀਆ ਨੇ, ਇਹ 'ਚ ਵੀ ਦੋਨੇ ਅਮੋਨੀਆ ਨੇ, ਇਹ 'ਚ ਇੱਕ ਵਾਟਰ ਇੱਕ ਅਮੋਨੀਆ, ਕੋਈ ਮਰਜ਼ੀ ਲੈ ਲਓ। XY ਨੂੰ ਮੈਂ ਆਇਨਿਕ ਲੀਗੈਂਟ ਲਊਂਗਾ, ਜਿਵੇਂ ਕਲੋਰੀਨ ਨੈਗੇਟਿਵ, NO2 ਨੈਗੇਟਿਵ। ਇਹ ਮੰਨ ਲਿਆ ਮੈਂ, ਜਸਟ ਅਜ਼ਿਊਮ ਕੀਤਾ, ਕਿਉਂਕਿ ਆਪਾਂ ਨੂੰ ਪਤਾ ਸਕੁਏਅਰ ਬ੍ਰੈਕਟ ਦੇ ਵਿੱਚ ਜਾਂ ਤਾਂ ਨੈਗੇਟਿਵ ਚਾਰਜ ਹੁੰਦੇ ਨੇ ਜਾਂ ਨਿਊਟਰਲ ਹੁੰਦੇ ਨੇ। ਥਿਊਰੀ ਦੇ ਵਿੱਚ ਪਿੱਛੇ ਵਰਨਰ ਥਿਊਰੀ ਦੇ ਵਿੱਚ ਜਿਹੜਾ ਆਪਾਂ ਸਟੱਡੀ ਕੀਤਾ ਸੀ। ਤਾਂ 4 ਵਾਲੇ ਕੇਸ ਦੇ ਵਿੱਚ ਤੁਹਾਡੇ ਕੋਲੇ ਕਿਹੜੇ ਬਣ ਸਕਦੇ ਨੇ, A2X2 ਮਤਲਬ ਸੇਮ ਕੈਟਾਗਰੀ ਦੇ 2, ਸੇਮ ਕੈਟਾਗਰੀ ਦੇ 2, ਜਾਂ ਸੇਮ ਕੈਟਾਗਰੀ ਦੇ 2 ਬਾਕੀ 2 ਅਲੱਗ-ਅਲੱਗ ਹੋ ਜਾਣ। MA2X2 MA2XY ਮੰਨ ਲਓ, ਇਹਨੂੰ ਮੈਂ ਲਿਖ ਸਕਦਾ M 2 ਵਾਟਰ 2 ਕਲੋਰੀਨ। ਆਹ ਕੀ ਬਣ ਗਿਆ, M 2 ਵਾਟਰ 1 ਕਲੋਰੀਨ 1 ਬਰੋਮੀਨ। ਮਤਲਬ ਇਹ ਕੈਟਾਗਰੀ ਜਿਓਮੈਟ੍ਰੀਕਲ 4 ਵਾਲੀ ਸ਼ੋ ਕਰੂਗੀ। ਜਾਂ ABX2, ਵੈਸੇ ਆਹ ਸੇਮ ਹੀ ਹੈ, ABX2 ਜਾਂ A2XY ਵਨ ਆਫ ਦਾ ਸੇਮ ਥਿੰਗ। ਇਹਦੇ 'ਚ ਕੀ ਹੈਗਾ, ਨਿਊਟਰਲ 2 ਨੇ, ਆਇਨਿਕ ਜਿਹੜਾ ਨਿਊਟਰਲ ਜਿਹੜੇ ਸਿੰਗਲ ਹੀ 2 ਨੇ, ਸੇਮ ਕੈਟਾਗਰੀ ਦੇ 2 ਨੇ, ਆਇਨਿਕ ਅਲੱਗ-ਅਲੱਗ ਨੇ। ਇਹ 'ਚ ਨਿਊਟਰਲ ਅਲੱਗ-ਅਲੱਗ ਨੇ, ਆਇਨਿਕ 2 ਆ ਗਏ। ਮਤਲਬ ਵਾਟਰ ਅਮੋਨੀਆ 2 ਕਲੋਰੀਨ, ਇਹ 'ਚ 2 ਵਾਟਰ ਕਲੋਰੀਨ ਤੇ ਬਰੋਮੀਨ, ਮਤਲਬ ਵਨ ਆਫ ਦਾ ਸੇਮ ਥਿੰਗ, ਕੋਈ ਜ਼ਿਆਦਾ ਫਰਕ ਨਹੀਂ। ਇੱਕ ਕੈਟਾਗਰੀ ਹੈ ABXY, ਮਤਲਬ ਚਾਰੋਂ ਅਲੱਗ-ਅਲੱਗ ਲੀਗੈਂਟ ਹੋਣ। ਤਾਂ ਇਹ 4 ਸਹੀ ਮਿੰਟ 'ਚ 3 ਹੀ ਬਣੇ ਆ, ਤਾਂ ਸੇਮ ਹੀ ਹੈ। ਇਹ 3 ਹੀ ਜਿਹੜੇ ਹੈਗੇ ਨੇ ਤੁਹਾਨੂੰ ਜਿਓਮੈਟ੍ਰੀਕਲ ਕੈਟਾਗਰੀ ਆਈਸੋਮਰ ਦੇ ਵਿੱਚ ਸਟੱਡੀ ਹੋਣਗੇ। 4 ਵਾਲੇ ਦੇ ਵਿੱਚ ਕਿਹੜੇ ਨਹੀਂ ਹੋਣਗੇ, ਚਾਰੋਂ ਸੇਮ ਹੋਣ, 3 ਸੇਮ ਹੋਣ, ਇੱਕ ਅਲੱਗ ਹੋਵੇ, 3 ਸੇਮ ਹੋਣ, ਇੱਕ ਅਲੱਗ ਹੋਵੇ। ਆ ਸੇਮ ਹੀ ਹੈ, ਆਇਨਿਕ ਤੇ ਨਿਊਟਰਲ ਦਾ ਹੀ ਫਰਕ ਪੈ ਰਿਹਾ। ਇਹ ਨਹੀਂ ਸ਼ੋ ਕਰਨਗੇ। ਹੁਣ ਮੈਂ ਇਹਦੀ ਐਗਜ਼ਾਮਪਲ ਦਿੰਦਾ, ਪਹਿਲੇ ਦੀ MA2 ਤੇ X2। ਲੈਟ MA2 ਤੇ X2 ਦੀ ਗੱਲ ਕਰਦੇ ਹਾਂ। ਲੈਟ ਮੈਂ ਲੈ ਲਿਆ MA2 ਨੂੰ ਮੈਂ 2 ਵਾਟਰ ਲੈ ਲਓ, A2 ਬਣ ਗਿਆ। X2 ਮੈਂ ਲੈਟ 2 ਕਲੋਰੀਨ ਲੈ ਲਓ ਜੀ, 4 ਵਾਲਾ ਹੋ ਗਿਆ। ਹੁਣ ਇਹਦੇ ਜਿਓਮੈਟ੍ਰੀਕਲ ਆਈਸੋਮਰ 2 ਕਿਹੜੇ ਸ਼ੋ ਹੋਣਗੇ। ਇਹਦਾ ਇੱਕ ਗੱਲ ਹੋਰ ਸਟਾਰ ਪੁਆਇੰਟ ਬਣਾ ਲਓ, ਸਾਈਡ ਤੇ ਬਣਾ ਲਓ, ਕਿ ਜਿਓਮੈਟ੍ਰੀਕਲ ਆਈਸੋਮਰ ਦੇ ਵਿੱਚ ਨਾ ਹਮੇਸ਼ਾ ਜਿਹੜੇ ਹੈਗੇ ਨੇ 4 ਵਾਲੇ 'ਚ ਸਕੁਏਅਰ ਪਲੇਨਰ ਹੀ ਸਟਰਕਚਰ ਯੂਜ਼ ਹੋਊਗੀ, ਟੈਟਰਾਹੈਡਰਲ ਨਹੀਂ ਯੂਜ਼ ਹੋਊਗੀ। ਲਿਖ ਲਓ ਸਟਾਰ ਪੁਆਇੰਟ, ਕਿਉਂ ਨਹੀਂ ਹੋਊਗਾ ਉਹਦਾ ਵੀ 1 ਨੰਬਰ ਦਾ ਆਨਸਰ ਬਣ ਜਾਂਦਾ। ਲਿਖ ਲਓ, ਟੈਟਰਾਹੈਡਰਲ ਜਿਹੜੀ ਜਿਓਮੈਟਰੀ ਹੈ, ਇਨ ਟੈਟਰਾਹੈਡਰਲ ਜਿਓਮੈਟਰੀ ਆਲ ਦਾ ਪੋਜੀਸ਼ਨਸ ਆਰ ਐਡਜੈਸੈਂਟ ਟੂ ਵਨ ਅਨਦਰ। ਇੱਕ ਦੂਸਰੇ ਦੇ ਐਡਜੈਸੈਂਟ ਪੋਜੀਸ਼ਨ ਹੁੰਦੀਆਂ ਨੇ, ਆਇਡੈਂਟੀਕਲ ਪੋਜੀਸ਼ਨ ਹੁੰਦੀਆਂ ਨੇ, ਸੇਮ ਐਂਗਲ 'ਤੇ ਚੱਲਦੀਆਂ ਨੇ, ਐਡਜੈਸੈਂਟ ਟੂ ਵਨ ਅਨਦਰ। ਦੈਟਸ ਵਾਈ ਜਿਹੜਾ ਹੈਗਾ ਐਡਜੈਸੈਂਟ ਟੂ ਵਨ ਅਨਦਰ ਇਨ ਪਰਟੀਕੂਲਰ ਕੰਪਲੈਕਸ, ਹੈ ਨਾ, ਜਿਸ ਦੀ ਤੁਸੀਂ ਸਟੱਡੀ ਕਰੋਗੇ। ਦੈਟਸ ਵਾਈ ਕੈਨ ਨਾਟ ਸ਼ੋ ਜਿਓਮੈਟ੍ਰੀਕਲ ਆਈਸੋਮਰ। ਜਿਓਮੈਟ੍ਰੀਕਲ ਆਈਸੋਮਰ 4 ਵਾਲੇ ਦੇ ਕੇਸ 'ਚ ਕੋਆਰਡੀਨੇਸ਼ਨ ਕੰਪਾਊਂਡ ਦੇ ਵਿੱਚ ਸਿਰਫ ਸਕੁਏਅਰ ਪਲੇਨਰ ਹੀ ਯੂਜ਼ ਹੋਊਗਾ। ਠੀਕ ਹੈ ਜੀ। ਹੁਣ ਇਹਦੇ ਸਕੁਏਅਰ ਪਲੇਨਰ ਚੱਲਦਾ, ਮੈਨੂੰ ਦੱਸਦਾ। ਸਕੁਏਅਰ ਪਲੇਨਰ ਦੀ ਬਣਾ ਲਓ ਸਟਰਕਚਰ, ਇਹਦੀ ਵੀ ਸਕੁਏਅਰ ਪਲੇਨਰ ਸਟਰਕਚਰ ਆ। 2 ਕੈਟਾਗਰੀ ਆ ਜਾਣਗੀਆਂ ਇਹਦੀਆਂ, 2 ਵਾਲੇ ਦੀ 2। ਮੈਟਲ ਸੈਂਟਰ 'ਚ ਹੈ, ਲੈਟ ਆ 4 ਲਗਾਉਣੇ ਨੇ ਆਪਾਂ। ਇਹਦੇ ਵਿੱਚ ਵੀ ਮੈਟਲ ਸੈਂਟਰ 'ਚ ਹੈ, ਆਪਾਂ ਕਿੰਨੇ ਲਗਾਉਣੇ ਨੇ, 4 ਲਗਾਉਣੇ ਨੇ। ਲੈਟ ਇੱਥੇ ਦੋਨੋਂ ਵਾਟਰ ਜਿਹੜੇ ਹੈਗੇ ਨੇ ਇੱਕ ਦੂਸਰੇ ਦੇ ਸਾਹਮਣੇ ਆ ਗਏ, ਕਲੋਰੀਨ ਇੱਕ ਦੂਸਰੇ ਸਾਹਮਣੇ ਬਣ ਗਿਆ ਜੀ। ਆਹ ਦੂਸਰਾ ਕੇਸ ਕੀ ਹੋ ਸਕਦਾ ਹੈ, ਵਾਟਰ ਕਲੋਰੀਨ ਵਾਟਰ। ਲਓ ਜੀ, ਫਰਕ ਦਿਖ ਰਿਹਾ ਤੁਹਾਨੂੰ। ਇੱਥੇ ਕੀ ਹੈ, ਦੋਨੋਂ ਡਾਇਗਨਲੀ ਸੇਮ ਨੇ। ਤਾਂ ਇਹ ਜਿਓਮੈਟ੍ਰੀਕਲ ਦਾ 4 ਵਾਲੇ ਦਾ A2 B2 X2 ਦਾ ਮਤਲਬ ਡਿਫਰੈਂਟ। ਇਹ ਕੀ ਬਣ ਗਿਆ, ਟਰਾਂਸ ਆਈਸੋਮਰ ਬਣ ਗਿਆ। ਕਿਹੜਾ ਬਣ ਗਿਆ ਜੀ, ਟਰਾਂਸ। ਆ ਕਿਹੜਾ ਬਣ ਗਿਆ, ਸਿਸ। ਜੇ ਡਾਇਗਨਲੀ ਸੇਮ ਨੇ ਤੁਹਾਨੂੰ ਟਰਾਂਸ ਕਹਿ ਦਿੰਦੇ ਆ, ਅਦਰਵਾਈਜ਼ ਕੀ ਹੋ ਜਾਂਦਾ, ਸਿਸ ਆਈਸੋਮਰ ਬਣ ਜਾਂਦਾ ਹੈ। ਤਾਂ ਹੋਪ ਕਿ ਤੁਹਾਨੂੰ A2 ਇਹਦਾ ਸਮਝ ਆ ਗਿਆ ਹੋਊਗਾ। ਦੂਸਰਾ ਮੈਂ ਗੱਲ ਕਰਦਾ A ਦੀ ਕੈਟਾਗਰੀ ਦੀ, ਦੱਸ ਦਿੰਦਾ A2XY ਹੋਵੇ ਚਾਹੇ ABX2, ਵਨ ਆਫ ਦਾ ਸੇਮ ਥਿੰਗ। ਇਹਦੀ ਜਦੋਂ ਆਪਾਂ ਗੱਲ ਕਰਦੇ ਹਾਂ A2XY,
ਮੈਟਲ, A2 मतलब 2 ਵਾਟਰ ਹੋ ਗਏ, XY ਕਲੋਰੀਨ ਹੋ ਗਿਆ, ਇੱਕ ਬਰੋਮੀਨ ਹੋ ਗਿਆ। ਲਓ ਜੀ ਇਹਦੇ ਵੀ 2 ਬਣ ਜਾਣਗੇ, ਬੜੇ ਸੌਖੇ ਨੇ। ਮੈਟਲ ਲੈ ਲਓ, ਲਓ ਜੀ ਹੁਣ ਤਾਂ ਸਮਝ ਆ ਹੀ ਗਿਆ ਤੁਹਾਨੂੰ, ਮੈਟਲ ਲੈ ਲਓ, ਸਮਝ ਆ ਗਿਆ। ਵਾਟਰ ਦੋਨੋਂ ਡਾਇਗਨਲੀ ਆ ਗਏ, ਇੱਧਰ ਬਰੋਮੀਨ ਆ ਗਿਆ, ਇੱਧਰ ਕਲੋਰੀਨ ਆ ਗਿਆ, ਬਣ ਗਈ ਜਿਓਮੈਟਰੀ। ਹਾਂਜੀ ਇੱਥੇ ਵਾਟਰ ਲੈਟ ਡਾਇਗਨਲੀ ਨਹੀਂ ਹੈ, ਕਲੋਰੀਨ ਆ ਗਿਆ, ਇੱਥੇ ਵਾਟਰ ਆ ਗਿਆ, ਇੱਥੇ ਲੈਟ ਬਰੋਮੀਨ ਆ ਗਿਆ। ਲਓ ਜੀ ਬਣ ਗਈ ਜਿਓਮੈਟਰੀ। ਤਾਂ ਕਿਹੜਾ ਹੋ ਗਿਆ, ਫਿਰ ਉਹੀ ਡਾਇਗਨਲੀ ਦੇਖਣਾ ਤੁਸੀਂ। ਅਗਰ ਤੁਹਾਨੂੰ ਦਿਖਾਈ ਦਿੰਦਾ ਟਰਾਂਸ, ਨਹੀਂ ਦਿਖਾਈ ਦਿੰਦਾ ਤਾਂ ਸਿਸ ਬਣ ਜਾਂਦਾ ਹੈ। ਇਹਦੇ ਵਿੱਚ ਆ ਦੋਨੋਂ ਸੇਮ ਹੋ ਗਏ। ਇਹ ਵੀ XY ਦੀ ਗੱਲ ਕਰਨਾ ਹੈ। ਇਹ ਵੀ XY ਦੇ ਵਿੱਚ ਬੜਾ ਆਸਾਨ ਹੈ, ਥੋੜ੍ਹਾ ਦੇਖਣ 'ਚ ਅਜੀਬ ਲੱਗਦਾ ਹੈ। ਲੈਟ ਮੈਂ ਇਹਦੀ ਐਗਜ਼ਾਮਪਲ ਲੈ ਲੈਂਦਾ, A ਨੂੰ ਵਾਟਰ ਲੈ ਲਿਆ, B ਨੂੰ ਲੈਟ ਮੈਂ ਅਮੋਨੀਆ ਲੈ ਲਿਆ, X ਨੂੰ ਮੈਂ ਕਲੋਰੀਨ ਲੈ ਲਿਆ, ਬਰੋਮੀਨ ਲੈ ਲਿਆ, ਬਾਈ। ਲਓ ਜੀ ਸਾਰੇ ਅਲੱਗ-ਅਲੱਗ। ਇਹਦੀ ਕੈਟਾਗਰੀ ਕੀ ਹੈ, ਇੱਕੋ ਹੀ ਦੱਸੂਗਾ, ਦੂਜਾ ਤੁਸੀਂ ਅੰਡਰਸਟੂਡ ਹੋ ਜਾਏਗਾ। ਲੈਟ ਮੈਂ ਮੈਟਲ ਲੈ ਲਈ, ਲਓ ਜੀ ਇੱਥੇ ਮੈਂ ਵਾਟਰ ਪਾਤਾ, ਇੱਥੇ ਮੈਂ ਅਮੋਨੀਆ ਪਾਤਾ, ਇੱਥੇ ਮੈਂ ਬਰੋਮੀਨ ਪਾਤਾ, ਲੈਟ ਇੱਥੇ ਕਲੋਰੀਨ ਪਾਤਾ। ਇਹਦੇ ਵਿੱਚ ਹੁਣ ਆਪਾਂ ਨੂੰ ਡਾਇਗਨਲੀ ਦਾ ਕੁਝ ਨਹੀਂ ਪਤਾ ਲੱਗ ਰਿਹਾ। ਇਹਦੇ ਵਿੱਚ ਪਤਾ ਕੀ ਸ਼ਾਰਟਕਟ ਦੇਖੋਗੇ ਤੁਸੀਂ, ਜਿਹੜਾ ਜਿਓਮੈਟ੍ਰਿਕ ਆਈਸੋਮਰ ਬਣਿਆ ਉਹਦੀ ਲੈਫਟ ਸਾਈਡ ਨੰਬਰਿੰਗ ਦੇ ਲਓ। ਇਹਨਾਂ ਦੋਨਾਂ ਚੋਂ ਕਿਹਨੂੰ ਨੰਬਰਿੰਗ ਦਿਓਗੇ, ਜਿਹਦਾ ਐਟੋਮਿਕ ਨੰਬਰ ਜ਼ਿਆਦਾ, ਠੀਕ ਹੈ, ਜਿਹਦਾ ਮਤਲਬ ਮਾਸ ਜ਼ਿਆਦਾ, ਐਟੋਮਿਕ ਨੰਬਰ ਜ਼ਿਆਦਾ, ਹੈ ਨਾ। ਤਾਂ ਆਕਸੀਜਨ ਦੇ ਕੇਸ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਸੌਰੀ ਆ ਸੀਗਾ ਕਲੋਰੀਨ, ਤੇ ਇਹਦੇ ਕੇਸ ਦੇ ਵਿੱਚ ਐਟੋਮਿਕ ਨੰਬਰ ਦੇ ਅਕੋਰਡਿੰਗ ਦੇਣਾ, ਚਾਹੇ ਐਦਾਂ ਦੇ ਲਓ, ਚਾਹੇ ਐਦਾਂ ਦੇ ਲਓ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ। ਮਤਲਬ ਐਦਾਂ ਵੀ ਦੇ ਸਕਦੇ ਹੋ, ਜਿਵੇਂ ਮਰਜ਼ੀ ਦੇਖ ਲਓ, ਨੰਬਰਿੰਗ ਦੇ ਲਓ। ਲੈਟ ਮੈਂ ਕਲੋਰੀਨ ਤੇ ਬਰੋਮੀਨ ਚ ਲਾ ਲੈਣਾ, ਜਿਹਦਾ ਪ੍ਰੈਫਰ ਜ਼ਿਆਦਾ ਹੋ ਰਿਹਾ, ਐਟੋਮਿਕ ਨੰਬਰ ਜ਼ਿਆਦਾ ਹੋ ਰਿਹਾ, ਮਾਸ ਵੀ ਜ਼ਿਆਦਾ ਹੋਊਗਾ, ਉਹਨੂੰ 1 ਨੰਬਰ ਦੇ ਲੈਣਾ। ਕਲੋਰੀਨ ਤੇ ਬਰੋਮੀਨ 'ਚ ਸੌਖਾ ਤੁਹਾਨੂੰ ਆ ਦੇਤਾ 1 2 1 2। ਅਮੋਨੀਆ ਤੇ ਵਾਟਰ ਦੇ ਵਿੱਚ ਕਿਹਦਾ ਹੋਊਗਾ, ਅਮੋਨੀਆ ਦਾ ਕਿੰਨਾ ਹੁੰਦਾ 17 ਹੁੰਦਾ, ਇਹਦਾ 18 ਹੁੰਦਾ, ਠੀਕ ਹੈ। ਇਹਨੂੰ 1 ਦੇਤਾ, ਇਹਨੂੰ 2 ਦੇਤਾ। ਹੁਣ 1 2 ਨੂੰ ਦੇਖ ਲਓ ਜੀ, ਡਾਇਗਨਲੀ ਸੇਮ ਹੈ 1 2, ਤਾਂ ਇਹ ਕੀ ਹੋ ਗਿਆ, ਟਰਾਂਸ ਹੋ ਗਿਆ। ਆ ਕੀ ਹੋ ਗਿਆ, ਕਿਹੜਾ ਟਰਾਂਸ ਆ ਗਿਆ। ਅਗਰ ਇਹ 1 ਤੇ 2, ਹੁਣ ਅਮੋਨੀਆ, ਵਾਟਰ, ਕਲੋਰੀਨ ਤੇ ਬਰੋਮੀਨ ਆਪਾਂ ਭੁੱਲ ਚੁੱਕੇ ਹਾਂ, ਸਿਰਫ ਨੰਬਰਿੰਗ ਯਾਦ ਰੱਖਣੀ ਹੈ। ਸੇਮ ਨੰਬਰ ਆ ਗਿਆ ਇਕੁਅਲ, ਤਾਂ ਉਹ ਟਰਾਂਸ ਹੋ ਗਿਆ, ਨਹੀਂ ਸਿਸ ਹੋ ਗਿਆ। ਤਾਂ ਇਹ ਹੋਪ ਕਿ ਤੁਹਾਨੂੰ ਇਹ 4 ਵਾਲੇ ਦੇ ਇਹ ਸਾਰੀ ਕੈਟਾਗਰੀ ਸਮਝ ਆ ਗਈ ਹੋਊਗੀ। ਔਰ ਆਹ ਵਾਲੀ ਕੈਟਾਗਰੀ ਨਹੀਂ ਸ਼ੋਅ ਕਰਨਗੇ, ਕਿਉਂਕਿ ਆਇਡੈਂਟੀਕਲ ਪੋਜੀਸ਼ਨ ਬਣ ਜਾਂਦੀ ਹੈ। ਜਦੋਂ ਆਇਡੈਂਟੀਕਲ ਪੋਜੀਸ਼ਨ ਹੋ ਗਈਆਂ ਤਾਂ ਅਰੇਂਜਮੈਂਟ ਡਿਫਰੈਂਟ ਨਹੀਂ ਹੋਇਆ, ਤਾਂ ਜਿਓਮੈਟ੍ਰੀਕਲ ਆਈਸੋਮਰ ਨਹੀਂ ਹੋਏ, ਠੀਕ ਹੈ ਜੀ। 4 ਵਾਲੇ ਦੇ ਵਿੱਚ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। 6 ਵਾਲਾ ਜਿਹੜਾ ਹੈਗਾ ਮੈਂ ਤੁਹਾਨੂੰ ਨੈਕਸਟ ਟਾਈਮ ਕਰਾਊਂਗਾ। ਅੱਜ ਲਈ ਇੰਨਾ ਕਾਫੀ ਹੈ। ਆਲ ਦਾ ਬੈਸਟ।